ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਹਰਵਿੰਦਰ ਸਿੰਘ ਜੀ ਇਸ ਸਮੇਂ ਸਾਡੇ ਨਾਲ ਲਾਈਵ ਨੇ ਔਰ ਜਿਹੜੀ ਕਿ ਪਲ ਪਲ ਦੀ ਅਪਡੇਟ ਵੀਰ ਹਰਵਿੰਦਰ ਸਿੰਘ ਜੀ ਹੋਣਾ ਦੇ ਵੱਲੋਂ ਸਾਨੂੰ ਲਖਨਪੁਰ ਬਾਰਡਰ ਤੋਂ ਸਾਰੀ ਦਿੱਤੀ ਜਾ ਰਹੀ ਹੈ। ਹੁਣ ਵੀ ਰਾਹ ਦੇ ਵਿੱਚ ਹੀ ਨੇ ਔਰ ਰੁਖ ਹੈ ਇਹਨਾਂ ਦਾ ਲਖਨਪੁਰ ਬਾਰਡਰ ਵੱਲ ਨੂੰ ਹੀ, ਜਿੱਥੇ ਐਮਪੀ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣੀ ਨੇ ਜਿਹੜੇ ਇੱਕ ਧਰਨੇ, ਸਮਝ ਲਓ ਇੱਕ ਧਰਨੇ ਦਾ ਰੂਪ ਹੀ ਧਾਰਨ ਕਰ ਚੁੱਕਿਆ ਉੱਥੇ ਜਿੱਦਾਂ ਬੈਠੇ ਹੋਏ ਨੇ। ਤਾਂ ਇੱਕ ਵੇਖਣ ਨੂੰ ਧਰਨਾ ਹੀ ਤੁਸੀਂ ਸਮਝ ਸਕਦੇ ਹੋ। 2 ਰਾਤਾਂ ਲੰਘ ਗਈਆਂ ਨੇ, ਤੀਜਾ ਦਿਨ ਹੁਣ ਅੱਧਾ ਲੰਘ ਗਿਆ ਹੈਗਾ, ਹਜੇ ਤੱਕ ਕਿਸੇ ਵੀ ਤਰ੍ਹਾਂ ਦਾ ਗੱਲਬਾਤ ਦੇ ਰਾਹੀਂ ਵੀ ਕੋਈ ਹੱਲ ਨਿਕਲਦਾ ਜਿਹੜਾ ਨਹੀਂ ਦਿਸਿਆ। ਵੀਰ ਹਰਵਿੰਦਰ ਸਿੰਘ ਜੀ ਰਾਤ ਨੂੰ ਔਰ ਸਵੇਰੇ ਤੜਕਸਾਰ ਵੀ ਇਹਨਾਂ ਨੇ ਇੱਕ ਰਿਪੋਰਟ ਕੀਤੀ ਹੈ, ਜਿਸ ਦੇ ਰਾਹੀਂ ਸਾਰਿਆਂ ਦੀ ਇਹੀ ਏਦਾਂ ਲੱਗ ਰਿਹਾ ਸੀ ਜਿਵੇਂ ਪੂਰੀ ਦੀ ਪੂਰੀ ਨਿਗਾਹ ਇੱਕ ਬਾਣੀ ਚੈਨਲ ਦੇ ਉੱਤੇ ਹੋਵੇ ਕਿ ਕਿਸ ਸਮੇਂ ਲਾਈਵ ਅਪਡੇਟ ਵੀਰ ਹਰਵਿੰਦਰ ਸਿੰਘ ਜੀ ਦੇਣਗੇ, ਕਦੋਂ ਉੱਥੇ ਪਹੁੰਚਣਗੇ। ਤੇ ਹੁਣ ਵੀ ਔਨ ਦਾ ਵੇ ਹੀ ਹੈਗੇ ਨੇ ਔਰ ਕੀ ਕੁਝ ਜਾਣਕਾਰੀ ਆ ਰਾਤ ਤੋਂ ਲੈ ਕੇ ਹੁਣ ਤੱਕ ਦੀ ਸਾਰੀ ਆਪਾਂ ਵੀਰ ਹਰਵਿੰਦਰ ਸਿੰਘ ਜੀ ਹੋਣਾ ਕੋਲੋਂ ਲੈਣੇ ਆ। ਜੀ ਵੀਰ ਜੀ, ਕੀ ਅਪਡੇਟ ਹੈ ਜਿਹੜੀ ਉਹ ਤੋਂ ਸਾਹਮਣੇ ਆ ਰਹੀ ਹੈ? ਅੱਜ ਜਿਸ ਤਰ੍ਹਾਂ ਦੇ ਨਾਲ ਡਿਸਟ੍ਰਿਕਟ ਕੋਰਟ ਦੇ ਵਿੱਚ ਵੀ ਸੁਣਵਾਈ ਹੋਣੀ ਸੀ, ਕੱਲ ਜੱਜ ਸਾਹਿਬ ਨਹੀਂ ਬੈਠੇ ਸੀਗੇ, ਅੱਜ ਦੱਸਿਆ ਜਾ ਰਿਹਾ ਕਿ ਉਹ ਉੱਥੇ ਹੈਗੇ ਨੇ ਔਰ ਡਿਸਟ੍ਰਿਕਟ ਕੋਰਟ ਦੇ ਵਿੱਚ ਵੀ ਸੁਣਵਾਈ ਹੋਣੀ ਹੈ। ਕੀ ਕੁਝ ਉੱਥੋਂ ਅਪਡੇਟ ਹੈ ਵੀਰ ਜੀ? ਹਾਂਜੀ, ਸਭ ਤੋਂ ਪਹਿਲਾਂ ਤਾਂ ਇਕਬਾਣੀ ਚੈਨਲ ਨਾਲ ਜੁੜੇ ਹੋਏ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਕਿ ਰਾਤ ਨੂੰ ਵੀ ਆਪਾਂ ਲਾਈਵ ਅਪਡੇਟ ਦਿੱਤਾ ਸੀ ਕਿ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਜਿਹੜੇ ਹੋ ਰਹੇ ਨੇ ਰਿਹਾਇਸ਼ ਦੇ ਲਈ ਆਟੋ ਦੇ ਵਿੱਚ ਪ੍ਰਬੰਧ ਕੀਤਾ ਗਿਆ ਹੈ, ਕਿਉਂਕਿ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਸੀ ਕਿ ਇੱਕ ਜਿਹੜਾ ਰੋਸ ਪ੍ਰਗਟ ਕਰ ਰਿਹਾ ਐਡਮਿਨਿਸਟ੍ਰੇਸ਼ਨ ਨੂੰ ਕਿ ਕਿਉਂ ਮੈਨੂੰ ਆਉਣ ਦੀ ਜਿਹੜੀ ਪਰਮਿਸ਼ਨ ਉਹ ਨਹੀਂ ਦਿੱਤੀ ਗਈ ਹੈ। ਤੇ ਕੱਲ ਤੁਸੀਂ ਵੇਖਿਆ ਵੀ ਸੀ, ਕਾਫੀ ਅੱਛੀਆਂ ਤਸਵੀਰਾਂ ਵੀ ਆਪਾਂ ਤੁਹਾਡੇ ਤੱਕ ਸ਼ੇਅਰ ਕੀਤੀ ਸਨ ਕਿ ਸਤਨਾਮ ਵਾਹਿਗੁਰੂ ਜੀ ਦਾ ਜਾਪ ਜਿਹੜਾ ਲੋਕੇਸ਼ਨ ਤੇ ਹੋ ਰਿਹਾ ਸੀ। ਤੇ ਆਪਾਂ ਹੁਣ ਇਸ ਵਕਤ ਵੀ ਲਖਨਪੁਰ ਕੋਰੀਡੋਰ ਤੇ ਪਹੁੰਚ ਚੁੱਕੇ ਹਾਂ ਤੇ ਹੁਣ ਦੀ ਜਿਹੜੀ ਤਾਜ਼ਾ ਜਾਣਕਾਰੀ ਸੰਗਤ ਵੀ ਵੇਟ ਕਰ ਰਹੀ ਸੀ ਅਤੇ ਇੱਥੇ ਜਿੰਨੇ ਵੀ ਸ਼ਖਸ ਬੈਠੇ ਹੋਏ ਹਨ ਉਹਨਾਂ ਦੇ ਵੱਲੋਂ ਉਡੀਕ ਸੀ ਕਿ ਅੱਜ ਜਿਹੜਾ ਸੈਸ਼ਨ ਕੋਰਟ ਦੇ ਵਿੱਚ ਵੀ ਕਾਰਵਾਈ ਹੋਣੀ ਹੈ ਤਾਂ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ। ਤੇ ਅੱਜ ਜਿੱਦਾਂ ਪਤਾ ਚੱਲਿਆ ਇੱਥੇ ਦੇ ਸਾਰੇ ਹੀ ਵੀਰਾਂ ਵੱਲੋਂ ਅਤੇ ਜਿਹੜੀ ਕਮੇਟੀ ਹੈਗੀ ਹੈ ਕਿ ਸੈਸ਼ਨ ਕੋਰਟ ਦੇ ਜਿਹੜੇ ਜੱਜ ਸਾਹਿਬ ਆਏ ਹੋਏ ਨੇ, ਕਹਿੰਦੀ ਹੈ ਸਾਡੇ ਤੱਕ ਪਿਕਚਰ ਜਿਹੜੀ ਹੈ ਮਿਡ ਡੇ ਤੇ ਜਾ ਕੇ ਸਾਡੇ ਤੱਕ ਕਲੀਅਰ ਹੋਏਗੀ, ਤਕਰੀਬਨ 3-4 ਵਜੇ ਦੇ ਵਿੱਚ ਕਿ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ। ਜੀ ਬਿਲਕੁਲ, ਜਿਸ ਤਰ੍ਹਾਂ ਦੇ ਨਾਲ ਸੁਣਵਾਈ ਹੈ ਉਸ ਦੇ ਉੱਪਰ ਜਿਹੜੀ ਕਾਰਵਾਈ ਹੈ ਜੋ ਵੀ ਸਾਰਾ ਇੱਕ ਹਿਸਾਬ ਦਾ ਸ਼ੁਰੂ ਹੋ ਚੁੱਕਿਆ ਹੋਇਆ। ਜੱਜ ਸਾਹਿਬ ਇੰਨਾ ਪਤਾ ਹੈ ਕਿ ਅੱਜ ਬੈਠੇ ਹੋਏ ਨੇ, ਕੱਲ ਜਿੱਦਾਂ ਉਹ ਛੁੱਟੀ ਤੇ ਸਨ ਡਿਸਟ੍ਰਿਕਟ ਕੋਰਟ ਦੇ ਵਿੱਚ, ਅੱਜ ਸੁਣਵਾਈ ਜਿਹੜੀ ਹੋ ਜਾਵੇਗੀ। ਔਰ ਜਿਸ ਤਰ੍ਹਾਂ ਦੇ ਨਾਲ ਵੀਰ ਹਰਵਿੰਦਰ ਸਿੰਘ ਜੀ ਉਹਨਾਂ ਨੇ ਦੱਸਿਆ ਕਿ 3 ਵਜੇ ਦੇ ਬਾਅਦ ਲਗਭਗ ਕੋਈ ਨਤੀਜਾ ਜਿਹੜਾ ਨਿਕਲ ਕੇ ਆ ਉਹ ਸਾਹਮਣੇ ਆਵੇਗਾ। ਵੀਰੇ ਤੁਸੀਂ ਉੱਥੇ ਦੇਖਿਆ, ਗਰਾਊਂਡ ਦੇ ਉੱਤੇ ਤੁਸੀਂ ਸੀਗੇ, ਕਿੱਦਾਂ ਦਾ ਮਾਹੌਲ ਹੈ? ਬੜੇ ਸ਼ਾਂਤਮਈ ਤਰੀਕੇ ਦੇ ਨਾਲ ਵਾਹਿਗੁਰੂ ਦਾ ਸਿਮਰਨ ਕੀਤਾ ਜਾ ਰਿਹਾ ਔਰ ਇਹ ਪੂਰਾ ਪਿਕਚਰ ਸਾਫ਼ ਕਲੀਅਰ ਹੁੰਦੀ ਹੋਈ ਦਿਸ ਰਹੀ ਸੀਗੀ ਕਿ ਕਿਸੇ ਕਿਸਮ ਦੀ ਕੋਈ ਵਾਇਲੇਸ਼ਨ ਨਹੀਂ, ਕਿਸੇ ਕਿਸਮ ਦੀ ਕੋਈ ਨਾਅਰੇਬਾਜ਼ੀ ਉੱਥੇ ਨਹੀਂ ਹੋ ਰਹੀ, ਵਾਹਿਗੁਰੂ ਦਾ ਜਾਪ ਹੋ ਰਿਹਾ। ਔਰ ਜਿਹੜੇ ਕਿ ਇੱਕ ਵੱਡੇ ਅਹੁਦੇ ਦੇ ਉੱਤੇ ਆਪਣੀ ਡਿਊਟੀ ਨਿਭਾ ਚੁੱਕੇ ਹੋਣ ਸਰਦਾਰ ਸਿਮਰਨਜੀਤ ਸਿੰਘ ਮਾਨ, ਮੌਜੂਦਾ ਐਮਪੀ ਹੋਣ ਔਰ ਐਮਪੀ ਇੱਕ ਆਟੋ ਦੇ ਵਿੱਚ ਸੁੱਤਾ ਹੋਵੇ ਕਿਸੇ ਜਿਹੜੇ ਸਟੇਟ ਦੀ ਸਰਹੱਦ ਦੇ ਉੱਪਰ, ਤੇ ਕਿਸ ਤਰ੍ਹਾਂ ਦੇ ਨਾਲ ਇਹ ਸਾਰੀਆਂ ਤਸਵੀਰਾਂ ਉਥੋਂ ਕੀ ਬਿਆਨ ਕਰ ਰਹੀਆਂ ਨੇ? ਬਿਲਕੁਲ, ਜਿੱਦਾਂ ਆਪਾਂ ਜਾਣਦੇ ਹਾਂ ਨਾ ਕਿ ਕੋਰੀਡੋਰ ਹੈ ਬਿਲਕੁਲ ਪੰਜਾਬ ਅਤੇ ਜੰਮੂ ਕਸ਼ਮੀਰ ਦੇ ਐਂਟਰੈਂਸ ਦੇ ਬਿਲਕੁਲ ਮਿਡ ਦੇ ਉੱਤੇ ਇਸ ਵਕਤ ਜਿਹੜਾ ਕਾਫਿਲਾ ਉਹ ਰੁਕਿਆ ਹੋਇਆ ਹੈ। ਇਸ ਦੇ ਨਾਲ ਇੱਕ ਗੱਲ ਹੋਰ ਵੀ ਹੈਗੀ ਹੈ ਕਿ ਜਿੱਦਾਂ ਜੰਮੂ ਦੀ ਜਿਹੜੀ ਆਵਾਮ ਹੈ ਉਹ ਤਾਂ ਆ ਹੀ ਰਹੀ ਹੈ, ਲੇਕਿਨ ਲੱਗਦੇ ਪਿੰਡ ਜਿਹੜੇ ਪੰਜਾਬ ਦੇ ਵੀ ਹੈਗੇ ਨੇ ਉੱਥੋਂ ਵੀ ਜਿਹੜੇ ਨੌਜਵਾਨ ਹਨ ਜਾਂ ਬਜ਼ੁਰਗ ਹਨ ਉਹ ਵੀ ਆ ਰਹੇ ਹਨ। ਫਿਰ ਤੁਸੀਂ ਸਮਝ ਸਕਦੇ ਹੋ ਕਿ ਮਾਹੌਲ ਜਿਹੜਾ ਉਹ ਤੇ ਆਪਾਂ ਚਾਹੁੰਦੇ ਹਾਂ ਕਿ ਸ਼ਾਂਤੀਪੂਰਵਕ ਹੀ ਰਹਿਣਾ ਚਾਹੀਦਾ, ਲੇਕਿਨ ਅਜੇ ਤੱਕ ਜਿਹੜਾ ਉਹ ਬਿਲਕੁਲ ਸੰਪੂਰਨ ਰੂਪ ਤੋਂ ਸ਼ਾਂਤੀਪੂਰਵਕ ਰਿਹਾ। ਕੁਝ ਵੀ ਐਸੀ ਗੱਲ ਵੇਖਣ ਨੂੰ ਮੰਦਭਾਗੀ ਨਹੀਂ ਮਿਲੀ ਕਿ ਜਿਸ ਦੇ ਨਾਲ ਟਕਰਾਵ ਹੋ ਸਕੇ ਐਡਮਿਨਿਸਟ੍ਰੇਸ਼ਨ ਦਾ ਔਰ ਇੱਕ ਬੁਰਾ ਜਿਹੜਾ ਕਹਿ ਸਕਦਾ ਕਿ ਮੈਂ ਇੰਪੈਕਟ ਪਏ ਸਾਰੀ ਹੀ ਆਵਾਮ ਦੇ ਉੱਪਰ ਜਿਹੜੀ ਜੰਮੂ ਕਸ਼ਮੀਰ ਦੇ ਵਿੱਚ ਵਸਦੀ ਹੈ ਜਾਂ ਫਿਰ ਪੰਜਾਬ ਦੇ ਵਿੱਚ ਵਸਦੀ ਹੈ। ਅਜੇ ਤੱਕ ਤਾਂ ਨੌਜਵਾਨਾਂ ਵੱਲੋਂ ਕੁਝ ਵੀ ਐਸਾ ਨਹੀਂ ਕੀਤਾ ਗਿਆ, ਬੜੇ ਹੀ ਸ਼ਾਂਤੀ ਤਰੀਕੇ ਦੇ ਨਾਲ ਬੈਠੇ ਹੋਏ ਹਨ। ਜਿੱਦਾਂ ਹੀ ਟਾਈਮ ਆਉਂਦਾ ਹੈ ਲੰਗਰ ਪਾਣੀ ਪ੍ਰਸ਼ਾਦਾ ਜਿਹੜਾ ਵੀ ਬੜੇ ਪਿਆਰ ਦੇ ਨਾਲ ਅਦਬ ਨਾਲ ਥੱਲੇ ਚੌਕੜੀ ਮਾਰ ਕੇ ਜਾਂ ਪੰਗਤ ਦੇ ਵਿੱਚ ਬੈਠ ਕੇ ਸਾਰਿਆਂ ਨੂੰ ਛਕਾਇਆ ਜਾਂਦਾ ਹੈ। ਔਰ ਅੱਜ ਜਿਹੜਾ ਕੱਲ ਦਾ ਜਿਹੜਾ ਮੌਸਮ ਸੀ ਉਹ ਕਾਫੀ ਜ਼ਿਆਦਾ ਖਰਾਬ ਵੀ ਸੀ, ਜਿਸ ਦੇ ਕਰਕੇ ਉਹ ਆਟੋ ਰੈਡੀ ਕਰਨੇ ਪਏ, ਨਹੀਂ ਤਾਂ ਅੱਜ ਜਿਹੜਾ ਮੌਸਮ ਹੈ ਉਹ ਬਿਲਕੁਲ ਕਲੀਅਰ ਹੈ, ਧੁੱਪ ਵੀ ਬਿਲਕੁਲ ਠੀਕ ਠਾਕ ਹੈਗੀ ਹੈ ਤੇ ਅੱਜ ਇੱਦਾਂ ਦੀ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ। ਲੇਕਿਨ ਫਿਰ ਵੀ ਨਜ਼ਰ ਮੈਂ ਤੁਹਾਨੂੰ ਪਹਿਲੇ ਹੀ ਕਿਹਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਕਿਹਾ ਕਿ ਮੈਨੂੰ ਕੋਰਟ ਦਾ ਡਿਸੀਜਨ ਹੈ ਜਿਹੜਾ ਉਹ ਫਾਈਨਲ ਹੋਏਗਾ ਮੇਰੇ ਲਈ। ਅਗਰ ਉਹ ਮੈਨੂੰ ਕਹਿੰਦੇ ਹਨ ਕਿ ਤੁਸੀਂ ਅੱਗੇ ਜਾਣਾ ਹੈ ਤੇ ਮੈਂ ਅੱਗੇ ਜਾਵਾਂਗਾ, ਅਗਰ ਉਹ ਦੱਸਦੇ ਹਨ ਕਿ ਕਿਸ ਬਿਹਾਫ ਤੇ ਮੈਨੂੰ ਰੋਕਿਆ ਗਿਆ ਤਾਂ ਵੀ ਮੈਨੂੰ ਐਕਸੈਪਟ ਹੈ। ਹੁਣੇ ਤਾਂ ਵਕਤ ਹੀ ਦੱਸੇਗਾ ਕਿ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ।
ਬਟ ਇਹ ਹੈ ਕਿ ਜੀ ਦੁਪਹਿਰ ਤੱਕ ਪਿਕਚਰ ਕਲੀਅਰ ਹੋਣ ਦੇ ਆਸਾਰ ਹੈਗੇ ਨੇ ਕਿ 4-5 ਵਜੇ ਜੀ ਤੱਕ ਵੀ ਮੈਂ ਕਹਿ ਸਕਦਾ ਵੀ ਹੋ ਹਰਵਿੰਦਰ ਵੀਰ ਸਕਦਾ। ਜੀ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਕਠੂਆ ਦਾ ਅਹਿਮ ਰੋਲ ਹੈ। ਜਿੱਦਾਂ ਆਪਾਂ ਵੇਖ ਰਹੇ ਹਾਂ ਡੇ 1 ਤੋਂ ਲੈ ਕੇ ਹੁਣ ਤੱਕ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਕਠੂਆ ਦੇ ਜਿਹੜੇ ਸੇਵਾਦਾਰ ਨੇ ਲਗਾਤਾਰ ਸ਼ਾਨਾ ਮਸ਼ਾਨਾ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਦੇ ਨਾਲ ਉੱਥੇ ਲਖਨਪੁਰ ਬਾਰਡਰ ਦੇ ਉੱਤੇ ਨੇ, ਉਹਨਾਂ ਦਾ ਬੜਾ ਵੱਡਾ ਰੋਲ ਹੈਗਾ। ਕੀ ਕਹੋਗੇ ਤੁਸੀਂ, ਉੱਥੇ ਸਾਰਾ ਦੇਖਦੇ ਹੋ? ਬਿਲਕੁਲ, ਜੇਕਰ ਮੈਂ ਅੱਜ ਗੱਲ ਕਰਾਂ ਨਾ, ਕਮੇਟੀ ਕਿਸ ਕਰਕੇ ਹੁੰਦੀ ਹੈ ਕਿ ਸੰਗਤਾਂ ਵੱਲੋਂ ਚੁਣ ਕੇ ਅੱਗੇ ਆਈ ਜਾਂਦੀ ਹੈ ਕਿ ਜਿਹੜੇ ਵੀ ਸਿੱਖ ਮਸਲੇ ਹੋਣ ਉਹ ਉਹਨਾਂ ਨੂੰ ਫਸਟ ਪ੍ਰਾਇੋਰਟੀ ਦਿੱਤੀ ਜਾਏ। ਕੋਈ ਵੀ ਧਿਰ ਉਹਨਾਂ ਲਈ ਇੱਕ ਨਹੀਂ ਹੋਣਾ ਚਾਹੀਦਾ, ਕੋਈ ਵੀ ਪਾਰਟੀ ਉਹਨਾਂ ਲਈ ਇੱਕ ਨਹੀਂ ਹੋਣੀ ਚਾਹੀਦੀ, ਚਾਹੇ ਉਹ ਰੂਲਿੰਗ ਪਾਰਟੀ ਹੋਏ, ਚਾਹੇ ਉਹ ਵੇਟ ਕਰ ਰਹੇ ਹੋਣ ਕਿ ਜਿਹੜੇ ਜਿਨ੍ਹਾਂ ਦਾ ਮੌਜੂਦਾ ਕੋਈ ਵੀ ਬੈਕਗਰਾਉਂਡ ਜਿਹੜਾ ਉਹ ਨਹੀਂ ਹੋਏ ਪਾਰਟੀ ਦੇ ਵਿੱਚ ਜਾਂ ਗਵਰਨਮੈਂਟ ਦੇ ਵਿੱਚ। ਇਹਨਾਂ ਲਈ ਸਾਰੇ ਹੀ ਧਿਰ ਇਕੱਠੇ ਹੁੰਦੇ ਹਨ। ਤੇ ਇੱਕ ਚੀਜ਼ ਮੈਨੂੰ ਦੇਖਣ ਨੂੰ ਮਿਲੀ ਕੱਲ ਇੱਥੇ ਕਿ ਜਿੰਨੇ ਵੀ ਇਲੈਕਟਿਡ ਮੈਂਬਰ ਸੀ ਕਠੂਆ ਡਿਸਟ੍ਰਿਕਟ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਦਾ ਇਹੀ ਕਹਿਣਾ ਸੀ ਕਿ ਸਾਡੇ ਲਈ ਹਰ ਇੱਕ ਧਿਰ ਇੱਕੋ ਹੈ, ਲੇਕਿਨ ਜਿੱਥੇ ਗੱਲ ਕੌਮ ਦੀ ਆਉਂਦੀ ਹੈ ਆਪਾਂ ਉੱਥੇ ਖੜਨਾ ਹੈ, ਚਾਹੇ ਉਹ ਪਾਰਟੀ ਫਿਰ ਕੋਈ ਵੀ ਹੋਏ, ਕਿਉਂਕਿ ਸਾਡਾ ਫਰਜ਼ ਬਣਦਾ ਹੈ ਕਿ ਸਾਨੂੰ ਲੋਕਾਂ ਨੇ, ਆਵਾਮ ਨੇ, ਪੂਰੀ ਸਿੱਖ ਸੰਗਤ ਨੇ ਚੁਣ ਕੇ ਅੱਗੇ ਭੇਜਿਆ। ਕੋਈ ਵੀ ਐਸੀ ਗੱਲ ਨਾ ਰਹਿ ਜਾਏ ਕਿ ਬਾਅਦ ਦੇ ਵਿੱਚ ਸਾਨੂੰ ਸਾਰਿਆਂ ਨੂੰ ਸ਼ਰਮਸਾਰ ਹੋਣਾ ਪਏ ਕਿ ਇੱਕ ਇਲੈਕਟਿਡ ਮੈਂਬਰ ਆਫ ਪਾਰਲੀਮੈਂਟ ਸਾਡੇ ਜੰਮੂ ਕਸ਼ਮੀਰ ਦੀ ਗੱਲਬਾਤ ਸੁਣਨ ਲਈ ਆ ਰਿਹਾ ਹੈ। ਉਹ ਕਿਸੇ ਵੀ ਧਰ ਤੋਂ ਰਿਲੇਟਡ ਹੈ, ਉਹਨਾਂ ਦੀ ਸ਼ਖਸੀਅਤ ਕੁਝ ਵੀ ਹੈ, ਉਹਨਾਂ ਦਾ ਬੈਕਗਰਾਉਂਡ ਕੁਝ ਵੀ ਹੈ, ਉਹ ਬਾਅਦ ਦੀ ਗੱਲ ਹੈ, ਲੇਕਿਨ ਉਹ ਆਏ ਕਿਸ ਲਈ ਹਨ ਇੱਥੇ? ਸਾਡੇ ਮੁੱਦਿਆਂ ਨੂੰ ਸੁਣਨ ਲਈ, ਸਿੱਖ ਆਵਾਮ ਦੀ ਜਨਤਾ ਨੂੰ ਸੁਣਨ ਲਈ, ਬਾਕੀਆਂ ਦੀ ਆਵਾਮ ਦੀ ਜਨਤਾ ਨੂੰ ਸੁਣਨ ਦੇ ਲਈ। ਤੇ ਸਾਡਾ ਵੀ ਫਰਜ਼ ਬਣ ਜਾਂਦਾ ਹੈ ਕਿ ਐਜ਼ ਅ ਇਲੈਕਟਿਡ ਮੈਂਬਰ ਹੋਣ ਦੇ ਨਾਤੇ ਡਿਸਟ੍ਰਿਕਟ ਕਮੇਟੀ ਦੇ ਵਜੋਂ ਸਾਡੀ ਫੁੱਲ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਆਪਾਂ ਉਹਨਾਂ ਦਾ ਸਾਥ ਦਈਏ ਔਰ ਸਾਰੇ ਸਿੱਖ ਕੌਮ ਦੀ ਆਵਾਜ਼ ਨੂੰ ਆਵਾਮ ਤੱਕ ਪਹੁੰਚਾ ਸਕੀਏ। ਉਹਨਾਂ ਨੇ ਆਪਣਾ ਜਿਹੜਾ ਫਰਜ਼ ਹੈ ਉਹ ਬਾਖੂਬੀ ਨਿਭਾਇਆ। ਚਾਹੇ ਮੈਂ ਕਹਿ ਸਕਦਾ ਕਿ ਇਹ ਕੋਰੀਡੋਰ ਹੈ, ਪੰਜਾਬ ਤੋਂ ਵੀ ਲੋਕ ਆ ਸਕਦੇ ਨੇ ਜਾਂ ਜੰਮੂ ਕਸ਼ਮੀਰ ਤੋਂ ਵੀ ਲੋਕ ਆ ਸਕਦੇ ਨੇ, ਲੇਕਿਨ ਇਹਨਾਂ ਦੀ ਤਰਫ ਤੋਂ ਐਸਾ ਕੋਈ ਵੀ ਹਾਲੇ ਤੱਕ ਐਸਾ ਪ੍ਰਚਾਰ ਨਹੀਂ ਕੀਤਾ ਗਿਆ ਜਿਹਦੇ ਨਾਲ ਕਿ ਇੱਕ ਤਣਾਅਪੂਰਨ ਮਾਹੌਲ ਬਣੇ। ਬੜੇ ਹੀ ਸੁਚੱਜੇ ਢੰਗ ਦੇ ਨਾਲ ਹਰ ਇੱਕ ਚੀਜ਼ ਨੂੰ ਸੰਭਾਲਿਆ ਹੋਇਆ ਇਹਨਾਂ ਨੇ, ਕਿਉਂਕਿ ਕਈ ਵਾਰ ਹੁੰਦਾ ਨਾ, ਆਪਾਂ ਵੀ ਦੇਖਦੇ ਹਾਂ ਕਿ ਜਜ਼ਬਾਤ ਦੇ ਵਿੱਚ ਆ ਕੇ ਕਈ ਐਸਾ ਮੌਕਾ ਖੋ ਵੀ ਦਿੰਦੀਆਂ ਹਨ ਪਾਰਟੀਆਂ ਜਾਂ ਕੋਈ ਵੀ ਸਿੱਖ ਸੰਗਤ ਕਿ ਸੰਗਤਾਂ ਨੂੰ ਬੁਲਾਣਾ ਹੋਏ ਜਾਂ ਫਿਰ ਪੁਜਾਣਾ ਹੋਏ ਕਿ ਇੱਕ ਕਰਾਊਡ ਇਕੱਠਾ ਕਰਨਾ ਹੈ ਜਾਂ ਫਿਰ ਐਡਮਿਨਿਸਟ੍ਰੇਸ਼ਨ ਨੂੰ ਆਪਾਂ ਦੱਸਣਾ ਹੈ। ਲੇਕਿਨ ਇਹਨਾਂ ਦਾ ਇੱਕ ਵਾਜਿਬ ਜਿਹੜਾ ਸਵਾਲ ਸੀ ਐਡਮਿਨਿਸਟ੍ਰੇਸ਼ਨ ਨੂੰ ਕਿ ਰੋਕਿਆ ਕਿਉਂ ਗਿਆ, ਸਾਨੂੰ ਇਸ ਦਾ ਜਵਾਬ ਚਾਹੀਦਾ। ਸਾਨੂੰ ਗੈਦਰਿੰਗ ਨਹੀਂ ਚਾਹੀਦੀ, ਐਸਾ ਕੋਈ ਲੜਨਾ ਨਹੀਂ ਹੈ ਕਿਸੇ ਨਾਲ, ਕੋਈ ਯੁੱਧ ਨਹੀਂ ਲੜਨਾ। ਸਾਡੀ ਆਪਣੀ ਕੰਟਰੀ ਹੈ, ਸਾਡਾ ਆਪਣਾ ਦੇਸ਼ ਹੈ। ਇਸ ਦੇਸ਼ ਦੇ ਵਿੱਚ ਜਿਹੜੀ ਆਪਾਂ ਸ਼ਹਾਦਤਾਂ ਵੀ ਸਾਡੇ, ਤੁਸੀਂ ਜਾਣਦੇ ਹੀ ਹੋ, ਸਾਰੇ ਸਿੱਖ ਨੌਜਵਾਨ ਆਰਮੀ ਪੁਲਿਸ ਹਰ ਇੱਕ ਦੇ ਡਿਪਾਰਟਮੈਂਟ ਦੇ ਵਿੱਚ ਨੌਕਰੀਆਂ ਕਰ ਰਹੇ ਹੈਗੇ ਨੇ। ਔਰ ਸੰਪੂਰਨ ਰੂਪ ਤੇ ਅਗਰ ਮੈਂ ਗੱਲ ਕਰਾਂ ਕੋਰੀਡੋਰ ਦੇ ਉੱਤੇ ਵੀ ਕਾਫੀ ਸਾਰੇ ਐਸੇ ਸਿੱਖ ਇੰਪਲੋਇਜ਼ ਜਾਂ ਪੁਲਿਸ ਕਰਮੀ ਮੈਂ ਕਹਾਂ ਤੇ ਉਹ ਵੀ ਉੱਥੇ ਤੈਨਾਤ ਨੇ। ਤਾਂ ਉਹ ਤਾਂ ਫਿਰ ਇਸ ਤਰਫ ਵੀ ਸਿੱਖਣ ਤੇ ਉਸ ਤਰਫ ਵੀ ਸਿੱਖਣ, ਅਗਰ ਰੋਸ਼ ਵਧੇਗਾ ਤੇ ਇੱਕ ਦੂਜੇ ਦਾ ਹੀ ਹੋਏਗਾ। ਇਸ ਲਈ ਐਸਾ ਕੋਈ ਵੀ ਮਾਹੌਲ ਦੇਖਣ ਨੂੰ ਨਹੀਂ ਮਿਲਿਆ। ਬੜਾ ਸੁਚੇਚੇ ਢੰਗ ਨਾਲ ਨਜ਼ਰ ਬਣਾ ਕੇ ਰੱਖੀ ਹੋਈ ਹੈ। ਸਿਰਫ ਇੱਕ ਸਵਾਲ ਦਾ ਜਵਾਬ ਮੰਗ ਰਹੇ, ਜੇਕਰ ਜਵਾਬ ਮਿਲ ਜਾਂਦਾ ਹੈ ਤੇ ਭੈਣ ਜੀ ਮੈਨੂੰ ਵੀ ਪਤਾ ਹੈ, ਇਹ ਸਾਰੀ ਸਿੱਖ ਸੰਗਤ ਨੂੰ ਪਤਾ ਹੈ ਲਾਈਵ ਦੇਖ ਕੇ ਕਿ ਵਿਦਿਨ 2 ਮਿੰਟਸ ਦੇ ਅੰਦਰ ਇਹ ਸਾਰਾ ਰੋਸ਼ ਖਤਮ ਹੋ ਜਾਏਗਾ, ਉਹ ਚਲੇ ਜਾਣਗੇ, ਕਿਉਂਕਿ ਉਹਨਾਂ ਨੂੰ ਵੀ ਪਤਾ ਚੱਲ ਜਾਏਗਾ ਕਿ ਮੈਨੂੰ ਜਵਾਬ ਕੀ ਦਿੱਤਾ ਐਡਮਿਨਿਸਟ੍ਰੇਸ਼ਨ ਨੇ। ਉਹ ਸਿਰਫ ਉਹ ਜਵਾਬ ਮੰਗ ਰਹੇ ਹਨ, ਕਿਉਂਕਿ ਤੁਹਾਨੂੰ ਪਤਾ 3 ਵਾਰ ਉਹ ਪਹਿਲੇ ਵੀ ਆਏ, ਇੰਟਰਸਟ ਨਹੀਂ ਮਿਲੀ ਤੇ ਅੱਜ ਉਹਨਾਂ ਦਾ 3rd to 4th ਟਾਈਮ ਇੱਥੇ ਆਉਣ ਦਾ ਐਜ਼ ਅ ਇਲੈਕਟਿਡ ਮੈਂਬਰ ਹਨ, ਮੈਂਬਰ ਆਫ ਪਾਰਲੀਮੈਂਟ ਦੇ। ਉਹ ਉਹਨਾਂ ਦਾ ਹੱਕ ਹੈ, ਜਮਹੂਰੀਅਤ ਦਾ ਅਧਿਕਾਰ ਹੈ ਉਹਨਾਂ ਦਾ ਕਿ ਜਵਾਬ ਮੰਗਣਾ, ਉਹ ਮੰਗ ਰਹੇ ਹਨ। ਬਿਲਕੁਲ। ਦੇਖੋ ਹਰਵਿੰਦਰ ਵੀਰ ਜੀ, ਜਿਸ ਤਰ੍ਹਾਂ ਦੇ ਨਾਲ ਆਪਾਂ ਲਗਾਤਾਰ ਵੇਖ ਰਹੇ ਹਾਂ, ਲਗਾਤਾਰ ਸਾਰੀ ਰਿਪੋਰਟ ਤੁਹਾਡੇ ਰਾਹੀਂ ਸਾਂਝੀ ਕੀਤੀ ਜਾ ਰਹੀ ਹੈ। ਮੈਂ ਪਹਿਲਾਂ ਵੀ ਕਿਹਾ ਕਿਸੇ ਕਿਸਮ ਦਾ ਕੋਈ ਭੜਕਾਊ ਭਾਸ਼ਣ ਨਹੀਂ ਸੀ, ਕਿਸੇ ਕਿਸਮ ਦਾ ਐਸਾ ਕੋਈ ਮਾਹੌਲ ਨਹੀਂ ਜਿਹੜਾ ਲੱਗਿਆ ਹੋਵੇ ਕਿ ਭਾਈ ਇਹਦੇ ਨਾਲ ਏਦਾਂ ਜਾ ਕੇ ਖਰਾਬੀ ਹੋ ਸਕਦੀ ਆ, ਹਨਾ, ਕੋਈ ਐਸਾ ਨਹੀਂ ਸੀਗਾ। ਔਰ ਫਿਰ ਵੀ ਪ੍ਰਸ਼ਾਸਨ ਨੂੰ ਆਪਣੇ ਆਪ ਦੇ ਉੱਤੇ ਇੰਨਾ ਕੌਨਫੀਡੈਂਸ, ਆਪਣੇ ਆਪ ਦੇ ਉੱਤੇ ਇੰਨਾ ਕੁ ਹੋਣਾ ਚਾਹੀਦਾ ਹੈ ਕਿ ਜੇਕਰ ਕੋਈ ਇਹੋ ਜਿਹੀ ਗਤੀਵਿਧੀ ਹੁੰਦੀ ਵੀ ਹੈ ਤਾਂ ਕੰਟਰੋਲ ਕਰਨ ਦੇ ਲਈ ਪ੍ਰਸ਼ਾਸਨ ਉੱਥੇ ਮੌਜੂਦ ਹੋਵੇਗਾ। ਕਿਸੇ ਵੀ ਸਥਿਤੀ ਨੂੰ ਕੰਟਰੋਲ ਕਰਨ ਦੇ ਲਈ ਉਹਨਾਂ ਕੋਲ ਵਾਜਬ ਪੁਖਤਾ ਪ੍ਰਬੰਧ ਆ ਜਿਹੜੇ ਉਹ ਹੋਣਗੇ, ਅਗਰ ਐਸਾ ਹੁੰਦਾ ਵੀ ਆ ਤਾਂ। ਬਾਕੀ ਇਹ ਬਾਅਦ ਦੀ ਗੱਲ ਹੈਗੀ ਆ। ਵਿੱਚ ਜਿਸ ਤਰ੍ਹਾਂ ਦੇ ਨਾਲ ਸਾਰੇ ਇੱਥੇ ਧੰਨਵਾਦ ਕਰ ਰਹੇ ਨੇ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਕਠੂਆ ਦਾ। ਹੋਰ ਕਿਹੜੀ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿਹੜੀਆਂ ਇੱਥੇ ਪਹੁੰਚੀਆਂ ਨੇ, ਕਿੰਨਾ ਕੁ ਚਿਰ ਉਹਨਾਂ ਦੇ ਵੱਲੋਂ ਆਸ਼ਵਾਸਨ ਦਿੱਤਾ ਗਿਆ ਹੈ ਕਿ ਅਸੀਂ ਮਾਨ ਸਾਹਿਬ ਦੇ ਨਾਲ ਖੜੇ ਹੋਏ ਹਾਂ? ਕਿਆ ਤੁਸੀਂ ਇਹੋ ਜਿਹਾ ਉੱਥੇ ਗਰਾਊਂਡ ਤੇ ਕੁਝ ਪਤਾ ਲੱਗਿਆ? ਨਹੀਂ, ਜੇਕਰ ਮੈਂ ਆਪਣੀ ਗੱਲ ਕਰਾਂ, ਜਦੋਂ ਤੋਂ ਮੈਂ ਗਰਾਊਂਡ ਦੇ ਉੱਤੇ ਹੈਗਾ ਤੇ ਮੈਨੂੰ ਹਜੇ ਤੱਕ ਨਹੀਂ ਲੱਗਿਆ ਕਿ ਕਮੇਟੀ ਵਗੈਰਾ, ਜਾਂ ਮੈਂ ਖੁਦ ਕਵਾਂ, ਕਿਉਂਕਿ ਮੈਂ ਉਹੀ ਗੱਲ ਕਰਨੀ ਹੈਗੀ ਹੈ ਜਿਹੜੀ ਆਪਾਂ ਦਰਸ਼ਕਾਂ ਤੱਕ ਪਹੁੰਚਾਈ ਹੈ। ਜਦੋਂ ਤੱਕ ਮੈਂ ਗਰਾਊਂਡ ਲੈਵਲ ਤੇ ਹੈਗਾ ਤਾਂ ਮੈਂ ਖੁਦ ਤਾਂ ਨਹੀਂ ਦੇਖਿਆ ਕਿ ਕੋਈ ਕਮੇਟੀ ਹਜੇ ਤੱਕ ਇੱਥੇ ਪੁੱਜੀ ਹੋਏ। ਲੇਕਿਨ ਕੱਲ ਰਾਤ ਨੂੰ ਮੈਂ ਸੁਣਿਆ ਸੀ, ਮੇਰੇ ਆਉਣ ਤੋਂ ਪਹਿਲੇ, ਜ਼ਰੂਰ ਹਰਵਿੰਦਰ ਇੱਥੇ ਕਲੀਅਰ ਕਰਾਂ, ਡਿਸਟ੍ਰਿਕਟ ਮੇਰੇ ਗੁਰਦੁਆਰਾ ਆਉਣ ਤੋਂ ਪਹਿਲੇ ਪ੍ਰਬੰਧਕ ਕਮੇਟੀ ਜੰਮੂ ਦੇ, ਹਾਂਜੀ, ਜੰਮੂ ਤੋਂ ਮੇਰੇ ਜਿਹੜੇ ਆਉਣ ਤੋਂ ਕੱਲ ਜਦੋਂ ਮੇਰੇ ਪੁੱਜਣ ਤੋਂ ਪਹਿਲੇ ਮੈਂ ਸੁਣਿਆ ਸੀ ਇਦਾਂ ਕਿ ਕਮੇਟੀ ਵੱਲੋਂ ਕਿਹਾ ਜਾ ਰਿਹਾ ਸੀ
ਕਿ ਜੰਮੂ ਜਿਹੜੀ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ ਹੈ ਉਹਨਾਂ ਦੇ ਆਗੂ ਇੱਥੇ ਪੁੱਜੇ ਸਨ ਤੇ ਮੈਂ ਵੀ ਸਪੈਸ਼ਲ ਤੌਰ ਤੇ ਆਇਆ ਸੀ ਉਸ ਚੀਜ਼ ਨੂੰ ਕਵਰ ਕਰਨ ਦੇ ਲਈ, ਬਟ ਸ਼ਾਇਦ ਮੇਰੇ ਆਉਣ ਤੋਂ ਪਹਿਲੇ ਹੀ ਉਹ ਜਾ ਚੁੱਕੇ ਸਨ, ਲੇਕਿਨ ਇਹ ਹੈ ਕਿ ਉਹ ਹਾਜ਼ਰੀ ਲਗਾ ਕੇ ਗਏ ਨੇ ਇਸ ਦੇ ਵਿੱਚ, ਉਹ ਮੈਂ ਸੁਣਿਆ ਸੀ ਗੱਲ ਜੀ। ਉਹ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਇੱਕ ਹੋਰ ਕਮੇਟੀ ਮੈਂ ਜ਼ਰੂਰ ਕਲੀਅਰ ਕਰਨਾ ਚਾਹਾਂਗਾ, ਕਿਉਂਕਿ ਮੈਂ ਇਹ ਉਹ ਚੀਜ਼ ਦੱਸ ਰਿਹਾ ਜਿਹੜੀ ਸਾਨੂੰ ਦੱਸੀ ਗਈ ਹੈ ਇੱਥੇ ਸਾਰੇ ਹੀ ਨੁਮਾਇੰਦਿਆਂ ਦੇ ਵੱਲੋਂ ਕਿ ਡਿਸਟ੍ਰਿਕਟ ਕਮੇਟੀ ਸਾਂਬਾ ਦੇ ਵੀ ਕੁਝ ਜਿਹੜੇ ਆਗੂ ਹਨ ਜਾਂ ਉਹਨਾਂ ਦੀ ਸੰਗਤ ਹੈ ਉਹ ਵੀ ਕੱਲ ਨੂੰ ਇੱਥੇ ਪੁੱਜੇ ਸੀ ਔਰ ਆਸ਼ਵਾਸਨ ਉਹਨਾਂ ਨੇ ਵੀ ਦਿੱਤਾ ਕਿ ਅਸੀਂ ਵੀ ਤੁਹਾਡੇ ਨਾਲ ਹਾਂ। ਮੈਂ ਫਿਰ ਤੁਹਾਡੇ ਸਾਹਮਣੇ ਇਹ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਗੈਦਰਿੰਗ ਦੀ ਇਕੱਠੇ ਕਰਨ ਦੀ ਗੱਲ ਹਜੇ ਤੱਕ ਨਹੀਂ ਕਿਸੇ ਦੇ ਤਰਫ ਤੋਂ ਕੀਤੀ ਗਈ, ਆਪਣਾ ਆਪਣਾ ਜਿਹੜਾ ਯੋਗਦਾਨ ਹੈ ਉਹ ਸਾਰੇ ਹੀ ਦੇ ਰਹੇ ਨੇ, ਕਿਉਂਕਿ ਉਹ ਚਾਹੁੰਦੇ ਹਨ ਕਿ ਜਿਹੜਾ ਇਸ ਮਸਲੇ ਦਾ ਹੱਲ ਹੈ ਸ਼ਾਂਤੀਪੂਰਵਕ ਤਰੀਕੇ ਨਾਲ ਨਿਕਲੇ, ਕਿਉਂਕਿ ਆਪਾਂ ਜਾਣਦੇ ਹਾਂ ਕਿ ਨੌਜਵਾਨੀ ਜੋਸ਼ ਦੇ ਨਾਲ ਨਾਲ ਹੋਸ਼ ਵੀ ਕਈ ਵਾਰੀ ਐਸਾ ਦੇਖਣ ਨੂੰ ਮਿਲਦਾ ਕਿ ਖੋ ਦਿੰਦੇ ਹਨ, ਕਿਉਂਕਿ ਇਹ ਮਸਲਾ ਹੀ ਉਦਾਂ ਦਾ ਨਾ, ਕਿਉਂਕਿ ਇੱਕ ਮਾਈਨੋਰਿਟੀ ਚਿਹਰਿਆਂ ਨੂੰ ਅਗਰ ਇੰਟਰ ਨਹੀਂ ਕੀਤਾ ਜਾ ਰਿਹਾ ਤੇ ਲਾਜ਼ਮੀ ਜੀ ਗੱਲ ਹੈ ਕਿ ਮਾਹੌਲ ਤਣਾਅਪੂਰਨ ਬਣਨ ਦੇ ਬੜੇ ਜ਼ਿਆਦਾ ਚਾਂਸਿਸ ਹੋ ਜਾਂਦੇ ਹਨ। ਇਸ ਚੀਜ਼ ਨੂੰ ਦੇਖਦੇ ਹੋਏ ਵੀ ਮੈਂ ਦੇਖਿਆ ਕਿ ਜਿਹੜੇ ਇੱਥੇ ਸੂਝਵਾਨ ਜਿਹੜੇ ਸ਼ਖਸ ਹਨ, ਚਾਹੇ ਉਹ ਕਮੇਟੀ ਹੈ ਚਾਹੇ ਉਹ ਸਿੱਖ ਸੰਗਤ ਹੈ, ਉਹਨਾਂ ਨੇ ਐਸੀ ਐਕਟੀਵਿਟੀ ਨੂੰ ਹੋਰ ਜ਼ਿਆਦਾ ਪ੍ਰਮੋਟ ਕਰਨ ਦੇ ਲਈ ਆਪਣੀ ਤਰਫ ਤੋਂ ਕੋਈ ਵੀ ਰਾਏ ਨਹੀਂ ਦਿੱਤੀ ਹਜੇ ਤੱਕ। ਜੀ ਬਿਲਕੁਲ, ਜਿਸ ਤਰ੍ਹਾਂ ਦੇ ਨਾਲ ਵੀਰ ਜੀ ਉਹਨਾਂ ਨੇ ਦੱਸਿਆ ਕਿ ਕਠੂਆ ਦੀ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਾਂ ਬਹੁਤ ਵੱਡਾ ਯੋਗਦਾਨ ਹੈਗਾ, ਜਿਹੜੇ ਸਵੇਰੇ ਸ਼ਾਮ ਦੁਪਹਿਰੇ ਸਾਰੇ ਹੀ ਉੱਥੇ ਹੀ ਹੁੰਦੇ ਨੇ ਮਾਨ ਸਾਹਿਬ ਦੇ ਨਾਲ। ਦੂਸਰਾ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ, ਉੱਥੋਂ ਵੀ ਜਿਹੜੇ ਮੈਂਬਰਸ ਨੇ, ਉੱਥੋਂ ਦੇ ਜਿਹੜੇ ਸੇਵਾਦਾਰ ਨੇ, ਉਹ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ ਦੇ ਉਹ ਵੀ ਉੱਥੇ ਪਹੁੰਚੇ ਸਨ। ਉਹਨਾਂ ਦੇ ਵੱਲੋਂ ਵੀ ਕੀ ਗੱਲਬਾਤ ਹੋਈ ਹੈ ਉਹ ਜਿਸ ਤਰ੍ਹਾਂ ਦੇ ਨਾਲ ਦੱਸਿਆ ਜਾ ਰਿਹਾ, ਆਪਣੇ ਤੱਕ ਤਸਵੀਰਾਂ ਆਈਆਂ ਸਨ। ਔਰ ਉਸ ਤੋਂ ਬਾਅਦ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਂਬਾ, ਵੀਰ ਜੀ ਉਹਨਾਂ ਨੇ ਦੱਸਿਆ ਕਿ ਉਹ ਵੀ ਉੱਥੇ ਪਹੁੰਚੇ ਸਨ ਔਰ ਉਹਨਾਂ ਦੇ ਨਾਲ ਵੀ ਮਾਨ ਸਾਹਿਬ ਦੇ ਨਾਲ ਜਿਹੜੀ ਗੱਲਬਾਤ ਕੀਤੀ ਗਈ ਹੈ। ਹਰਵਿੰਦਰ ਵੀਰ ਜੀ, ਹੁਣ ਜਿਸ ਤਰ੍ਹਾਂ ਦੇ ਨਾਲ ਤੁਸੀਂ ਪਹਿਲਾਂ ਹੀ ਗੱਲ ਕਹੀ ਹੈ ਕਿ 3 ਵਜੇ ਤੋਂ ਬਾਅਦ ਹੀ ਕੁਛ ਜਿਹੜਾ ਕਲੀਅਰ ਹੋ ਸਕਦਾ ਹੈ ਕਿ ਕੀ ਜਿਹੜਾ ਡਿਸਟ੍ਰਿਕਟ ਕੋਰਟ ਦੇ ਵਿੱਚੋਂ ਕੋਈ ਆਰਡਰ ਆਇਆ, ਡਿਸਟ੍ਰਿਕਟ ਕੋਰਟ ਦੇ ਵੱਲੋਂ ਕੋਈ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਉਹ 3 ਵਜੇ ਦੇ ਬਾਅਦ 4 ਵਜੇ ਦੇ ਨੇੜੇ ਤੇੜੇ ਲਗਭਗ ਜਿਹੜਾ ਪਤਾ ਚੱਲੇਗਾ। ਤੇ ਬਾਕੀ ਤੁਹਾਡੇ ਕੋਲੋਂ ਸਮੇਂ-ਸਮੇਂ ਤੇ ਅਪਡੇਟ ਲੈਂਦੇ ਰਵਾਂਗੇ, ਕਿਉਂਕਿ ਪੂਰਾ ਜਿਹੜਾ ਤੁਸੀਂ ਸ਼ਾਮ ਤੋਂ ਲੈ ਕੇ ਰਾਤ ਤੱਕ ਦਾ ਪੂਰਾ ਹੀ ਅਪਡੇਟ ਤੁਹਾਡੇ ਰਾਹੀਂ ਆਪਾਂ ਵੇਂਦੇ ਰਹੇ ਹਾਂ। ਤੇ ਇਸ ਦੇ ਲਈ ਅਸੀਂ ਤੁਹਾਡਾ ਧੰਨਵਾਦ ਵੀ ਕਰਦੇ ਹਾਂ ਕਿ ਉੱਥੋਂ ਦੀਆਂ ਜਿਹੜੀਆਂ ਤਸਵੀਰਾਂ ਨੇ ਤੁਹਾਡੇ ਰਾਹੀਂ ਸਾਰੇ ਹੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਵੀ ਮਾਨ ਸਾਹਿਬ ਨੂੰ ਚਾਹਣ ਵਾਲੇ ਵੀ ਔਰ ਅਸੀਂ ਵੀ ਜਿਹੜੇ ਸਾਰੇ ਹੀ ਜੰਮੂ ਕਸ਼ਮੀਰ ਦੇ ਮਾਨ ਸਾਹਿਬ ਨੂੰ ਸਪੋਰਟ ਕਰਨ ਵਾਲੇ ਚਾਹਣ ਵਾਲੇ ਤੁਹਾਡੇ ਰਾਹੀਂ ਵੇਖਦੇ ਨੇ। ਤਾਂ ਬਹੁਤ ਬਹੁਤ ਧੰਨਵਾਦ ਹਰਵਿੰਦਰ ਵੀਰ ਜੀ, ਔਰ ਬਾਕੀ ਸਮੇਂ-ਸਮੇਂ ਤੇ ਪੂਰੀ ਜਾਣਕਾਰੀ ਤੁਹਾਡੇ ਕੋਲੋਂ ਲੈਂਦੇ ਰਵਾਂਗੇ। ਔਰ ਮੈਂ ਚਾਹਾਂਗੀ ਕਿ ਹੁਣ ਇੱਥੋਂ ਦੀਆਂ ਜਿਹੜੀਆਂ ਤਸਵੀਰਾਂ ਜੀ ਆਖਰੀ ਗੱਲ ਮੈਂ ਇੱਥੇ ਜ਼ਰੂਰ ਕਲੀਅਰ ਕਰਨਾ ਚਾਹਾਂਗਾ, ਕਿਉਂਕਿ ਆਪਾਂ ਕੋਰਟ ਦੀ ਗੱਲ ਕਰ ਰਹੇ ਹਾਂ ਨਾ, ਐਜ਼ ਅ ਰਿਸਪੌਂਸਿਬਲ ਸਿਟੀਜ਼ਨ ਹੋਣ ਦੇ ਨਾਤੇ ਆਪਾਂ ਵੀ ਜਾਣਦੇ ਹਾਂ, ਸਾਨੂੰ ਵੀ ਪੂਰਨ ਵਿਸ਼ਵਾਸ ਹੈ ਸਾਡੀ ਜੁਡੀਸ਼ਰੀ ਦੇ ਉੱਪਰ, ਕਿਉਂਕਿ ਇਹ ਹਜੇ ਜਿਹੜਾ ਮੈਟਰ ਹੈ ਉਹ ਕੋਰਟ ਦੇ ਵਿੱਚ ਗਿਆ, ਉਸ ਦੇ ਉੱਪਰ ਆਪਾਂ ਟਿੱਪਣੀ ਨਹੀਂ ਕਰਨਾ ਚਾਹੁੰਦੇ, ਕਿਉਂਕਿ ਜਦ ਤੱਕ ਇਹ ਅੰਡਰ ਪ੍ਰੋਸੈਸ ਹੁੰਦਾ ਸੈਸ਼ਨ ਕੋਰਟ ਦੇ ਵਿੱਚ ਉਹਦੇ ਉੱਪਰ ਆਪਾਂ ਕੋਈ ਵੀ ਟਿੱਪਣੀ ਨਹੀਂ ਕਰਾਂਗੇ, ਕਿਉਂਕਿ ਜੋ ਵੀ ਅਗਰ ਉਹਨਾਂ ਦੀ ਵਰਡਿਕਟ ਹੋਏਗੀ ਜਾਂ ਉਹਨਾਂ ਦਾ ਡਿਸੀਜਨ ਹੋਏਗਾ ਉਹ ਸਿਰ ਮੱਥੇ ਹੈ। ਉਹ ਇੱਥੇ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਹੋਰਾਂ ਨੇ ਵੀ ਇਹ ਗੱਲ ਕਹੀ ਹੈ ਕਿ ਜੋ ਵੀ ਜੁਡੀਸ਼ਰੀ ਸਾਨੂੰ ਆਰਡਰ ਦਿੰਦੀ ਹੈ ਆਪਾਂ ਪੂਰਨ ਰੂਪ ਤੋਂ ਉਸ ਲੈਟਰ ਦੀ ਅਸੀਂ ਜਿਹੜੀ ਹੈ ਰਿਸਪੈਕਟ ਕਰਾਂਗੇ। ਤੇ ਜਦ ਤੱਕ ਉਹਦੇ ਉੱਪਰ ਕੋਈ ਪ੍ਰੋਸੈਸ ਨਹੀਂ, ਬਿਲਕੁਲ ਜਦ ਤੱਕ ਉਹਦੇ ਉੱਪਰ ਪ੍ਰੋਸੈਸ ਨਹੀਂ ਹੁੰਦਾ ਉਸਦੇ ਉੱਪਰ ਆਪਾਂ ਕੋਈ ਵੀ ਟਿੱਪਣੀ ਹਾਲੇ ਤੱਕ ਨਹੀਂ ਕਰ ਸਕਦੇ ਜੀ। ਔਰ ਮੈਂ ਚਾਹਾਂਗਾ ਕਿ ਥੋੜੀ ਜਿਹੀ ਵਿਜ਼ੂਅਲਸ ਵੀ ਦੱਸ ਸਕਾਂ, ਕਿਉਂਕਿ ਆਪਾਂ ਇਸ ਕੋਰੀਡੋਰ ਤੇ ਵੀਰ ਜੀ ਹਰਵਿੰਦਰ ਵੀਰ ਜੀ, ਜਿਹੜੇ ਵਿਜ਼ੂਅਲਸ ਨੇ ਮੈਂ ਚਾਹਾਂਗੀ ਕਿ ਉਹ ਇਸ ਲਾਈਵ ਦੇ ਬਜਾਏ ਜਿਹੜਾ ਤੁਸੀਂ ਖੁਦ ਜਿਹੜਾ ਇੱਕ ਕਿਉਂਕਿ ਸਟ੍ਰੀਮ ਯਾਰਡ ਦੇ ਉੱਤੇ ਮੈਨੂੰ ਲੱਗਦਾ ਹੁੰਦਾ ਕਈ ਵਾਰੀ ਕੁਆਲਿਟੀ ਹੈ ਜਿਹੜੀ ਜਾਂ ਕੁਝ ਐਸੀ ਦਿੱਕਤ ਜਿਹੜਾ ਆਉਂਦੀ ਨੈਟਵਰਕ ਦੀ, ਤੇ ਤੁਸੀਂ ਜ਼ਰੂਰ ਸਾਂਝੇ ਕਰੋ। ਇਸ ਤੋਂ ਅਗਲਾ ਜਿਹੜਾ ਤੁਸੀਂ ਇੱਥੋਂ ਦੇ ਵਿਜ਼ੂਅਲਸ ਨੇ ਜ਼ਰੂਰ ਸਾਂਝੇ ਕਰੋ। ਔਰ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਮੈਂ ਤੁਹਾਡਾ ਤਮਾਮ ਜਾਣਕਾਰੀ ਸਾਂਝੀ ਕਰਨ ਦੇ ਲਈ ਔਰ ਦਿਨ ਰਾਤ ਜਿਹੜੀ ਇੱਥੋਂ ਰਿਪੋਰਟਿੰਗ ਕਰਨ ਦੇ ਲਈ। ਬਹੁਤ ਬਹੁਤ ਧੰਨਵਾਦ ਵੀਰ ਹਰਵਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।